गुड मॉर्निंग बच्चों। आज ਆਪਾਂ +2 ਟੈਕਸੇਸ਼ਨ ਪ੍ਰੈਕਟਿਸ ਦਾ ਪੇਪਰ 3 ਯਾਨੀ ਕਿ ਫੰਡਾਮੈਂਟਲਸ ਆਫ ਇਨਕਮ ਟੈਕਸ ਦਾ ਇੱਕ ਨਵਾਂ ਚੈਪਟਰ ਕਰਾਂਗੇ। ਚੈਪਟਰ ਦਾ ਨਾਮ ਹੈ ਇਨਕਮ ਟੈਕਸ ਸੈਟਲਮੈਂਟ ਕਮਿਸ਼ਨ। ਇਹਨੂੰ ਆਪਾਂ ਆਮਦਨ ਕਰ ਨਿਪਟਾਰਾ ਆਯੋਗ ਵੀ ਕਹਿੰਦੇ ਆ। ਠੀਕ ਹੈ, ਇਹਨੂੰ ਆਪਾਂ ਕੀ ਕਹਿੰਦੇ ਆ? ਇਹਨੂੰ ਆਪਾਂ ਕਹਿੰਦੇ ਆ ਆਮਦਨ ਕਰ ਨਿਪਟਾਰਾ ਆਯੋਗ। ਇਸ ਚੈਪਟਰ ਵਿੱਚ ਆਪਾਂ ਦੇਖਾਂਗੇ ਕਿ ਸੈਟਲਮੈਂਟ ਕਮਿਸ਼ਨ ਦਾ ਮਤਲਬ ਕੀ ਹੈਗਾ ਵੈ। ਇਹ ਸੈਟਲਮੈਂਟ ਕਮਿਸ਼ਨ ਇਨਕਮ ਟੈਕਸ ਵਿੱਚ ਕੀ ਰੋਲ ਪਲੇ ਕਰਦੀ ਹੈਗੀ ਹੈ, ਯਾਨੀ ਕਿ ਇਹਦਾ ਕੀ ਕੰਮ ਹੈਗਾ ਵੈ, ਇਹਦਾ ਮਤਲਬ ਕੀ ਹੈ, ਇਹਦਾ ਕੰਮ ਕੀ ਹੈ, ਇਹ ਕਿਹਦੀ ਹੈਲਪ ਕਰਦੀ ਹੈ, ਇਹ ਅਸੈਸੀ ਦੀ ਹੈਲਪ ਕਰਦੀ ਹੈ ਜਾਂ ਡਿਪਾਰਟਮੈਂਟ ਦੀ ਹੈਲਪ ਕਰਦੀ ਹੈ। ਇਹ ਸਾਰੀਆਂ ਚੀਜ਼ਾਂ ਆਪਾਂ ਕੀ ਕਰਾਂਗੇ ਇਸ ਚੈਪਟਰ ਵਿੱਚ ਦੇਖਾਂਗੇ। ਹੁਣ ਆਪਾਂ ਸਭ ਤੋਂ ਪਹਿਲੇ ਕੀ ਸਟਾਰਟ ਕਰਾਂਗੇ ਇਸ ਚੈਪਟਰ ਦਾ ਆਪਾਂ ਸਟਾਰਟ ਕਰਾਂਗੇ ਇੰਟਰੋਡਕਸ਼ਨ, ਯਾਨੀ ਕਿ ਸੈਟਲਮੈਂਟ ਕਮਿਸ਼ਨ ਹੈ ਕੀ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਓਵਰਵਿਊ ਦੇ ਦਿੰਦੀ ਹਾਂ। ਸੈਟਲਮੈਂਟ ਕਮਿਸ਼ਨ ਹੁੰਦਾ ਕੀ ਹੈ, ਸੈਟਲਮੈਂਟ ਦਾ ਮਤਲਬ ਕੀ ਹੈ। ਸਭ ਤੋਂ ਪਹਿਲੇ ਇਹ ਦੇਖੋ, ਸੈਟਲਮੈਂਟ ਦਾ ਮਤਲਬ ਹੁੰਦਾ ਵੈ ਕਿ ਆਪਾਂ ਕੀ ਕਰਨਾ ਵੈ, ਦੋ ਬੰਦਿਆਂ ਵਿੱਚ ਜਿਨ੍ਹਾਂ ਵਿੱਚ ਸਪੋਜ਼ ਕਰੋ ਕਿ ਇੱਕ ਝਗੜਾ ਹੋਇਆ ਵੈ ਜਾਂ ਜੋ ਵੀ ਹੈ ਮਿਸਅੰਡਰਸਟੈਂਡਿੰਗ ਹੈਗੀ ਹੈ, ਠੀਕ ਹੈ, ਉਹਨਾਂ ਵਿੱਚ ਆਪਸੀ ਸੁਲਾਹ ਕਰਾਉਣੀ। ਠੀਕ ਹੈ ਜੀ, ਸੈਟਲਮੈਂਟ ਦਾ ਮਤਲਬ ਇਹੀ ਹੁੰਦਾ ਹੈ ਕਿ ਦੋ ਬੰਦਿਆਂ ਵਿੱਚ ਅਸੀਂ ਕੀ ਕਰਦੇ ਹਾਂ, ਸੁਲਾਹ ਕਰਵਾਉਂਦੇ ਹਾਂ। ਠੀਕ ਹੈ ਜੀ, ਸੈਟਲਮੈਂਟ ਕਮਿਸ਼ਨ ਵੀ ਇੱਥੇ ਕੀ ਕਰਦੀ ਹੈ, ਇਨਕਮ ਟੈਕਸ ਡਿਪਾਰਟਮੈਂਟ ਅਤੇ ਅਸੈਸੀ ਦੇ ਵਿੱਚ ਦੋਨਾਂ ਦੇ ਵਿੱਚ ਆਪਸ ਵਿੱਚ ਸਮਝੌਤਾ ਕਰਾਉਂਦੀ ਹੈ, ਸਲਾਹ ਕਰਾਉਂਦੀ ਹੈ। ਹੁਣ ਅਸੈਸੀ ਇੱਕ ਗੱਲ ਤੇ ਆਪਣੇ ਤੇ ਅੜਿਆ ਹੁੰਦਾ ਵੈ ਕਿ ਜੀ ਦੇਖੋ ਕਿ ਮੇਰੇ ਹਿਸਾਬ ਨਾਲ ਇਹ ਵੈ, ਡਿਪਾਰਟਮੈਂਟ ਕਹਿੰਦਾ ਨਹੀਂ ਜੀ ਮੇਰੇ ਹਿਸਾਬ ਨਾਲ ਇਹ ਵੈ। ਉਹ ਅਸੈਸੀ ਮੰਨਣ ਨੂੰ ਤਿਆਰ ਨਹੀਂ, ਇੱਦਾਂ ਡਿਪਾਰਟਮੈਂਟ ਮੰਨਣ ਨੂੰ ਤਿਆਰ ਨਹੀਂ। ਠੀਕ ਹੈ ਜੀ, ਮਤਲਬ ਇੱਕ ਵਿਚੋਲੇ ਦਾ ਰੋਲ ਪਲੇ ਕਰਦੀ ਹੈ। ਠੀਕ ਹੈ, ਹੁਣ ਇਨਕਮ ਟੈਕਸ ਸੈਟਲਮੈਂਟ ਕਮਿਸ਼ਨ ਕੀ ਕਰਦੀ ਹੈ, ਇਹ ਇੱਕ ਇੱਦਾਂ ਦੀ ਔਰਗਨਾਈਜੇਸ਼ਨ ਹੈਗੀ ਹੈ, ਇਹ ਇੱਕ ਇੱਦਾਂ ਦੀ ਸੰਸਥਾ ਹੈਗੀ ਹੈ। ਇਹ ਕੀ ਕਰੇਗੀ, ਇਹ ਦੋਨਾਂ ਦੇ ਆਪਸ ਵਿੱਚ ਜਿਹੜਾ ਝਗੜਾ ਹੁੰਦਾ ਨਾ ਉਹਨੂੰ ਖ਼ਤਮ ਕਰਦੀ ਹੈ। ਇਹ ਦੋਨਾਂ ਦੇ ਵਿੱਚ ਸੈਟਲਮੈਂਟ ਕਰਾਉਂਦੀ ਹੈ, ਸੁਲਾਹ ਕਰਾਉਂਦੀ ਹੈ। ਉਹਨਾਂ ਨੂੰ ਆਪਾਂ ਕੀ ਕਹਿੰਦੇ ਆ, ਸੈਟਲਮੈਂਟ ਕਮਿਸ਼ਨ। ਠੀਕ ਹੈ ਜੀ, ਯਾਨੀ ਕਿ ਇੱਕ ਵਿਚੋਲੇ ਦਾ ਰੋਲ ਪਲੇ ਕਰਦੀ ਹੈ, ਦੋਨਾਂ ਵਿੱਚ ਸੁਲਾਹ ਕਰਾ ਦਿੰਦੀ ਹੈ। ਠੀਕ ਹੈ ਜੀ, ਹੁਣ ਆਪਾਂ ਦੇਖਦੇ ਹਾਂ ਕਰ ਸਰਕਾਰ ਨੂੰ ਇੱਕ ਅਸੈਸੀ ਦੁਆਰਾ ਕੀਤਾ ਜਾਣ ਵਾਲਾ ਜ਼ਰੂਰੀ ਭੁਗਤਾਨ ਹੈ। ਕਰ ਕੀ ਹੋ ਗਿਆ, ਯਾਨੀ ਕਿ ਟੈਕਸ ਕੀ ਗਾ ਵੈ, ਗਵਰਨਮੈਂਟ ਨੂੰ ਯਾਨੀ ਕਿ ਸਰਕਾਰ ਨੂੰ ਕੌਣ ਪੇ ਕਰਦਾ ਵੈ, ਅਸੈਸੀ ਪੇ ਕਰਦਾ ਵੈ, ਅਤੇ ਇੱਕ ਜ਼ਰੂਰੀ ਭੁਗਤਾਨ ਹੁੰਦਾ ਵੈ। ਆਮਦਨ ਉੱਪਰ ਕਰ ਕਿਸ ਤਰ੍ਹਾਂ ਗਿਆਤ ਕਰਨਾ ਹੈ, ਕਿਹੜੀ ਆਮਦਨ ਤੇ ਕਰ ਲੱਗਣਾ ਹੈ, ਕਿਹੜੀ ਤੇ ਨਹੀਂ, ਆਮਦਨ ਦੀ ਦਰ ਕਿੰਨੀ ਹੈ, ਇਹ ਸਾਰੇ ਫੈਸਲੇ ਸਰਕਾਰ ਦੁਆਰਾ ਕੀਤੇ ਜਾਂਦੇ ਹਨ। ਠੀਕ ਹੈ, ਯਾਨੀ ਕਿ ਕੀ ਹੈ ਕਿ ਮਤਲਬ ਕਿੰਨੀ ਇਨਕਮ ਦੇ ਉੱਪਰ ਟੈਕਸ ਲੱਗਣਾ ਵੈ। ਠੀਕ ਹੈ, ਕਿਹੜੀ ਇਨਕਮ ਦੇ ਉੱਪਰ, ਪਹਿਲੇ ਤੇ ਕਿੰਨੀ ਇਨਕਮ ਦੇ ਉੱਪਰ ਲੱਗਣਾ ਹੈ, ਦੂਸਰਾ ਕਿਹੜੀ ਇਨਕਮ ਦੇ ਉੱਪਰ ਲੱਗਣਾ ਵੈ। ਠੀਕ ਹੈ, ਤੇ ਕਿਹੜੀ ਉੱਪਰ ਨਹੀਂ ਲੱਗਣਾ, ਕਿੰਨੀ ਕੀ ਰੇਟ ਲੱਗਣੇ ਹੈਗੇ, ਇਹ ਸਾਰੇ ਫੈਸਲੇ ਕੌਣ ਕਰਦਾ ਵੈ, ਇਹ ਸਾਰੇ ਫੈਸਲੇ ਕਰਦੀ ਹੈ ਸਰਕਾਰ। ਅਤੇ ਇਹਨਾਂ ਸੰਬੰਧੀ ਪ੍ਰੋਵੀਜ਼ਨਸ ਆਮਦਨ ਕਰ ਅਧਿਨਿਯਮ ਵਿੱਚ ਦਰਜ ਹਨ। ਯਾਨੀ ਕਿ ਇਹਦੇ ਰਿਲੇਟਡ ਜਿੰਨੀਆਂ ਵੀ ਪ੍ਰੋਵੀਜ਼ਨਸ ਹੈਗੀਆਂ ਸਾਡੇ ਇਨਕਮ ਟੈਕਸ ਐਕਟ ਵਿੱਚ ਪਹਿਲੇ ਹੀ ਇਹ ਸਾਰੀਆਂ ਬਣਾ ਦਿੱਤੀਆਂ ਗਈਆਂ ਹਨ। ਆਮਦਨ ਉੱਪਰ ਕਰ ਸਹੀ ਗਿਆਤ ਕਰਨਾ ਅਤੇ ਸਮੇਂ ਸਿਰ ਉਸ ਦੀ ਅਦਾਇਗੀ ਕਰਨਾ ਅਸੈਸੀ ਦਾ ਖੁਦ ਦੀ ਜ਼ਿੰਮੇਵਾਰੀ ਹੈ। ਯਾਨੀ ਕਿ ਕੀ ਹੈ ਕਿ ਆਪਣੀ ਇਨਕਮ ਦੇ ਉੱਪਰ ਸਾਡਾ ਕਿੰਨਾ ਟੈਕਸ ਬਣਦਾ ਵੈ, ਅਤੇ ਉਹਨੂੰ ਕੀ ਕਹਿੰਦੇ ਜਮ੍ਹਾਂ ਕਰਵਾਉਣਾ ਕਿਹਦੀ ਜ਼ਿੰਮੇਵਾਰੀ ਹੁੰਦੀ ਹੈ, ਅਸੈਸੀ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸ ਲਈ ਕਈ ਵਾਰ ਆਮਦਨ ਕਰ ਦੀ ਅਦਾਇਗੀ ਜਾਂ ਗਣਨਾ ਸੰਬੰਧੀ ਆਮਦਨ ਕਰ ਵਿਭਾਗ ਅਤੇ ਅਸੈਸੀ ਵਿਚਕਾਰ ਵਿਵਾਦ ਪੈਦਾ ਹੋ ਜਾਂਦੇ ਹਨ। ਯਾਨੀ ਕਿ ਕੀ ਹੈ ਕਹਿੰਦਾ, ਕਿਉਂਕਿ ਅਸੈਸੀ ਨੇ ਕੀ ਕਰਨਾ ਵਾ, ਅਸੈਸੀ ਦਾ ਕੰਮ ਕੀ ਹੈਗਾ ਵਾ, ਉਹਨੇ ਆਪਣੇ ਹਿਸਾਬ ਨਾਲ ਆਪਣੀ ਇਨਕਮ ਕੈਲਕੂਲੇਟ ਕਰਨੀ ਹੈ ਅਤੇ ਉਹਦੇ ਉੱਪਰ ਟੈਕਸ ਪੇ ਕਰ ਦੇਣਾ। ਠੀਕ ਹੈ ਜੀ, ਹੁਣ ਹੁੰਦਾ ਕੀ ਹੈ ਕਈ ਵਾਰ ਕਿ ਅਸੈਸੀ ਅਤੇ ਜਿਹੜਾ ਇਨਕਮ ਟੈਕਸ ਡਿਪਾਰਟਮੈਂਟ ਹੈ ਇਹ ਦੋਨਾਂ ਦੇ ਵਿੱਚ ਕੀ ਹੋ ਜਾਂਦੀ ਹੈ, ਮਤਭੇਦ ਹੋ ਜਾਂਦਾ, ਯਾਨੀ ਕਿ ਵਿਵਾਦ ਹੋ ਜਾਂਦਾ ਵੈ। ਠੀਕ ਹੈ, ਇਸ ਤਰ੍ਹਾਂ ਦੇ ਅਤੇ ਕਰ ਨਾਲ ਸੰਬੰਧਿਤ ਹੋਰ ਵਿਵਾਦਾਂ ਦੇ ਨਿਪਟਾਰੇ ਦੇ ਲਈ ਆਮਦਨ ਕਰ ਨਿਪਟਾਰਾ ਆਯੋਗ ਦਾ ਨਿਰਮਾਣ ਕੀਤਾ ਗਿਆ ਹੈ। ਯਾਨੀ ਕਿ ਇਹ ਦੋ ਬੰਦੇ ਤਾਂ ਆਪਸ ਵਿੱਚ ਲੜ ਪਏ, ਅਸੈਸੀ ਲੜ ਗਿਆ, ਡਿਪਾਰਟਮੈਂਟ ਲੜ ਪਿਆ। ਅਸੈਸੀ ਕਹਿੰਦਾ ਜੀ ਨਹੀਂ ਮੈਂ ਠੀਕ ਹਾਂ, ਡਿਪਾਰਟਮੈਂਟ ਕਹਿੰਦਾ ਨਹੀਂ ਮੈਂ ਠੀਕ ਹਾਂ। ਠੀਕ ਹੈ ਜੀ, ਹੁਣ ਇਹਨਾਂ ਦੋਨਾਂ ਵਿੱਚ ਸੈਟਲਮੈਂਟ ਕਰਾਉਣ ਵਾਸਤੇ ਇਨਕਮ ਟੈਕਸ ਐਕਟ ਵਿੱਚ ਕੀ ਹੋਇਆ ਵਾ, ਇੱਕ ਇਨਕਮ ਟੈਕਸ ਸੈਟਲਮੈਂਟ ਕਮਿਸ਼ਨ ਯਾਨੀ ਕਿ ਆਮਦਨ ਕਰ ਨਿਪਟਾਰਾ ਆਯੋਗ ਦਾ ਨਿਰਮਾਣ ਕੀਤਾ ਗਿਆ ਵਾ। ਠੀਕ ਹੈ, ਇੱਕ ਉਹਨਾਂ ਨੇ ਕੀ ਕੀਤਾ, ਇੱਕ ਅਲੱਗ ਤੋਂ ਹੀ ਇੱਕ ਔਰਗਨਾਈਜੇਸ਼ਨ ਬਣਾਤੀ ਹੈ ਕਿ ਕੱਲ੍ਹ ਨੂੰ ਇਹ ਦੋਨਾਂ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ। ਠੀਕ ਹੈ, ਅਤੇ ਇਹਨਾਂ ਦੋਨਾਂ ਦੀ ਪ੍ਰੋਬਲਮ ਨੂੰ ਕੌਣ ਸੋਲਵ ਕਰੇਗਾ, ਆਮਦਨ ਕਰ ਨਿਪਟਾਰਾ ਆਯੋਗ ਯਾਨੀ ਕਿ ਇਨਕਮ ਟੈਕਸ ਸੈਟਲਮੈਂਟ ਕਮਿਸ਼ਨ। ਠੀਕ ਹੈ ਜੀ, ਇਹ ਸੀ ਸਾਡੀ ਇੰਟਰੋਡਕਸ਼ਨ। ਹੁਣ ਆਪਾਂ ਦੇਖਦੇ ਹਾਂ ਮੀਨਿੰਗ। ਆਮਦਨ ਕਰ ਨਿਪਟਾਰਾ ਆਯੋਗ ਦਾ ਅਰਥ ਯਾਨੀ ਕਿ ਮੀਨਿੰਗ ਆਫ ਇਨਕਮ ਟੈਕਸ ਸੈਟਲਮੈਂਟ ਕਮਿਸ਼ਨ।
ਆਮਦਨ ਕਰ ਨਿਪਟਾਰਾ ਆਯੋਗ ਭਾਰਤ ਵਿੱਚ ਵਿਵਾਦਾਂ ਦਾ ਨਿਪਟਾਰਾ ਕਰਨ ਲਈ ਇੱਕ ਵਿਧਾਨਿਕ ਸੰਸਥਾ ਹੈ। ਯਾਨੀ ਕਿ ਕੀ ਹੈ ਕੀ ਗੱਲ ਹੈ ਕਿ ਇਨਕਮ ਟੈਕਸ ਸੈਟਲਮੈਂਟ ਕਮਿਸ਼ਨ ਕਾਹਦੇ ਵਾਸਤੇ ਬਣਾਈ ਗਈ ਹੈ ਕਿ ਅਗਰ ਕੋਈ ਵੀ ਵਿਵਾਦ ਪੈਦਾ ਹੁੰਦਾ ਵੈ, ਕਿਹਦੇ ਵਿੱਚ ਵਿਵਾਦ ਪੈਦਾ ਹੁੰਦਾ ਵੈ, ਇਨਕਮ ਟੈਕਸ ਡਿਪਾਰਟਮੈਂਟ ਅਤੇ ਅਸੈਸੀ ਦੇ ਵਿੱਚ ਅਗਰ ਕੋਈ ਪ੍ਰੋਬਲਮ ਆਉਂਦੀ ਹੈ, ਉਸ ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ ਇਹ ਆਰਗੇਨਾਈਜੇਸ਼ਨ ਕੀ ਕਰਦੀ ਹੈ, ਹੈਲਪ ਕਰਦੀ ਹੈ। ਇਹ ਭਾਰਤ ਵਿੱਚ ਆਮਦਨ ਕਰ ਅਤੇ ਸੰਪੱਤੀ ਕਰ ਸੰਬੰਧੀ ਆਮਦਨ ਕਰ ਵਿਭਾਗ ਅਤੇ ਅਸੈਸੀ ਵਿਚਕਾਰ ਪੈਦਾ ਹੋਏ ਵਿਵਾਦਾਂ ਦਾ ਨਿਪਟਾਰਾ ਕਰਦੀ ਹੈ। ਠੀਕ ਹੈ ਜੀ। ਹੁਣ ਇਹ ਕੀ ਕਰਦਾ, ਇਹ ਭਾਰਤ ਵਿੱਚ ਯਾਨੀ ਕਿ ਇੰਡੀਆ ਦੇ ਵਿੱਚ ਆਮਦਨ ਕਰ ਅਤੇ ਸੰਪੱਤੀ ਕਰ ਸੰਬੰਧੀ ਯਾਨੀ ਕਿ ਇਨਕਮ ਨੂੰ ਲੈ ਕੇ ਅਤੇ ਪ੍ਰੋਪਰਟੀ ਨੂੰ ਲੈ ਕੇ ਕੋਈ ਵੀ ਪ੍ਰੋਬਲਮਸ ਆਉਂਦੀਆਂ, ਇਹ ਨਹੀਂ ਕਿ ਕੋਈ ਆਪਣੀ ਪਰਸਨਲ ਪ੍ਰੋਬਲਮ ਹੈ ਤਾਂ ਤੁਸੀਂ ਇਨਕਮ ਟੈਕਸ ਡਿਪਾਰਟਮੈਂਟ ਕੋਲ ਚਲੇ ਜਾਓਗੇ। ਅਗਰ ਕੋਈ ਪ੍ਰੋਪਰਟੀ ਰਿਲੇਟਡ ਅਤੇ ਕੋਈ ਇਨਕਮ ਟੈਕਸ ਦੇ ਰਿਲੇਟਡ ਕੋਈ ਵੀ ਪ੍ਰੋਬਲਮ ਹੁੰਦੀ ਹੈ, ਇਸ ਪ੍ਰੋਬਲਮ ਕਿਹਦੇ ਵਿੱਚ ਪ੍ਰੋਬਲਮਸ ਹੋਣਗੀਆਂ, ਇਨਕਮ ਟੈਕਸ ਐਕਟ ਵਿੱਚ ਅਤੇ ਇਨਕਮ ਟੈਕਸ ਡਿਪਾਰਟਮੈਂਟ ਅਤੇ ਅਸੈਸੀ ਦੇ ਵਿੱਚ ਅਗਰ ਕੋਈ ਵੀ ਪ੍ਰੋਬਲਮ ਹੁੰਦੀ ਹੈ, ਕਿਹਨੂੰ ਲੈ ਕੇ, ਇਨਕਮ ਟੈਕਸ ਨੂੰ ਲੈ ਕੇ ਜਾਂ ਪ੍ਰੋਪਰਟੀ ਨੂੰ ਲੈ ਕੇ, ਪ੍ਰੋਪਰਟੀ ਟੈਕਸ, ਇਨਕਮ ਟੈਕਸ ਜਾਂ ਪ੍ਰੋਪਰਟੀ ਟੈਕਸ ਨੂੰ ਲੈ ਕੇ ਅਗਰ ਕੋਈ ਵੀ ਪ੍ਰੋਬਲਮ ਹੁੰਦੀ ਹੈ, ਠੀਕ ਹੈ, ਉਹਨਾਂ ਦਾ ਨਿਪਟਾਰਾ ਕੌਣ ਕਰੇਗਾ, ਇਨਕਮ ਟੈਕਸ ਸੈਟਲਮੈਂਟ ਕਮਿਸ਼ਨ ਯਾਨੀ ਕਿ ਆਮਦਨ ਕਰ ਨਿਪਟਾਰਾ ਆਯੋਗ। ਇਸ ਦੀ ਸਥਾਪਨਾ ਕੇਂਦਰੀ ਸਰਕਾਰ ਦੁਆਰਾ 1976 ਵਿੱਚ ਬਾਂਚੂ ਕਮੇਟੀ ਦੀਆਂ ਸਿਫਾਰਸ਼ਾਂ ਦੇ ਆਧਾਰ 'ਤੇ ਸਥਾਪਿਤ ਕੀਤੀ ਗਈ ਸੀ। ਤੁਹਾਨੂੰ ਸਿਰਫ ਇੰਨਾ ਯਾਦ ਕਰਨ ਦੀ ਲੋੜ ਹੈ ਕਿ ਇਹ ਇਨਕਮ ਟੈਕਸ ਸੈਟਲਮੈਂਟ ਕਮਿਸ਼ਨ ਦੀ ਸਥਾਪਨਾ ਕਦੋਂ ਹੋਈ ਸੀ, 1976 ਦੇ ਵਿੱਚ। ਇਸ ਸਮੇਂ ਭਾਰਤ ਵਿੱਚ ਇਸ ਸੰਸਥਾ ਦੇ ਮੇਨ 4 ਹੈੱਡ ਆਫਿਸ ਹੈਗੇ ਆ। ਕਿਹੜੇ ਕਿੱਥੇ ਹੈਗੇ ਆ, ਨਵੀਂ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਦੇ 4 ਬੈਂਚ ਹਨ ਯਾਨੀ ਕਿ ਮੁੱਖ ਦਫ਼ਤਰ ਹਨ। ਠੀਕ ਹੈ ਜੀ। ਇਹਦੇ ਕਿੰਨੇ ਹੈਗੇ ਆ ਹੈੱਡ ਆਫਿਸ, ਮੇਨ 4। ਕਿੱਥੇ ਹੈਗੇ, ਦਿੱਲੀ, ਬੰਬੇ, ਮੁੰਬਈ, ਕੋਲਕਾਤਾ ਅਤੇ ਚੇਨਈ। ਠੀਕ ਹੈ ਜੀ, ਲੱਗ ਗਈ ਸਮਝ। ਹੁਣ ਕੀ ਹੈ, ਇਨਕਮ ਟੈਕਸ ਸੈਟਲਮੈਂਟ ਕਮਿਸ਼ਨ ਕੀ ਕਰਦਾ ਵੈ, ਇਨਕਮ ਟੈਕਸ ਸੈਟਲਮੈਂਟ ਕਮਿਸ਼ਨ ਕਰਦਾ ਵੈ ਪ੍ਰੋਬਲਮ ਸੋਲਵ ਕਰਦਾ ਵੈ, ਨਿਪਟਾਰਾ ਕਰਦਾ ਵੈ। ਅਗਰ ਕੋਈ ਵੀ ਪ੍ਰੋਬਲਮ ਆਉਂਦੀ ਹੈ, ਕਿਹਨਾਂ ਨੂੰ ਪ੍ਰੋਬਲਮ ਆਉਂਦੀ ਹੈ, ਅਸੈਸੀ ਨੂੰ ਪ੍ਰੋਬਲਮ ਆਉਂਦੀ ਹੈ ਜਾਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਪ੍ਰੋਬਲਮ ਆਉਂਦੀ ਹੈ, ਕਿਹਦੇ ਵਿੱਚ ਪ੍ਰੋਬਲਮ ਆਉਂਦੀ ਹੈ, ਜਾਂ ਤਾਂ ਇਨਕਮ ਟੈਕਸ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਜਾਂ ਪ੍ਰੋਪਰਟੀ ਟੈਕਸ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ। ਠੀਕ ਹੈ, ਇਹਨਾਂ ਦੋਨਾਂ ਦੀ ਪ੍ਰੋਬਲਮ ਨੂੰ ਸੋਲਵ ਕੌਣ ਕਰਦਾ ਵੈ, ਇਨਕਮ ਟੈਕਸ ਸੈਟਲਮੈਂਟ ਕਮਿਸ਼ਨ। ਠੀਕ ਹੈ ਜੀ, ਲੱਗ ਗਈ ਸਮਝ। ਹੁਣ ਇਸ ਤੋਂ ਬਾਅਦ ਆਪਾਂ ਕਰਾਂਗੇ ਫੀਚਰਸ ਆਫ ਇਨਕਮ ਟੈਕਸ ਸੈਟਲਮੈਂਟ ਕਮਿਸ਼ਨ। ਠੀਕ ਹੈ, ਯਾਨੀ ਕਿ ਇਹਦੀਆਂ ਵਿਸ਼ੇਸ਼ਤਾਵਾਂ ਕੀ ਹੈਗੀਆਂ। ਆਮਦਨ ਕਰ ਨਿਪਟਾਰਾ ਆਯੋਗ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ। ਸਭ ਤੋਂ ਪਹਿਲਾ ਪੁਆਇੰਟ ਕੀ ਹੈ, ਇਸ ਦੀ ਸਥਾਪਨਾ ਆਮਦਨ ਕਰ ਅਧਿਨਿਯਮ ਦੀ ਧਾਰਾ 245B ਚੈਪਟਰ 19A ਅਤੇ ਸੰਪੱਤੀ ਕਰ ਅਧਿਨਿਯਮ ਦੀ ਧਾਰਾ 228 ਅਨੁਸਾਰ ਕੇਂਦਰ ਸਰਕਾਰ ਦੁਆਰਾ ਕੀਤੀ ਗਈ ਹੈ। ਯਾਨੀ ਕਿ ਇਹਨੂੰ ਮਤਲਬ ਇਹਦੀ ਸਥਾਪਨਾ ਕਿਹਨੇ ਕੀਤੀ ਹੈ, 2 ਜਣਿਆਂ ਨੇ ਕੀਤੀ ਹੈ। ਕਿ ਇਨਕਮ ਟੈਕਸ ਆਮਦਨ ਕਰ ਅਧਿਨਿਯਮ ਦੀ ਧਾਰਾ, ਇੱਕ ਇਨਕਮ ਟੈਕਸ ਐਕਟ ਨੇ ਤੇ ਦੂਜਾ ਪ੍ਰੋਪਰਟੀ ਟੈਕਸ ਐਕਟ ਨੇ। ਠੀਕ ਹੈ, ਇਨਕਮ ਟੈਕਸ ਐਕਟ ਵਿੱਚ 245B ਚੈਪਟਰ 19A ਦੇ ਹਿਸਾਬ ਨਾਲ, ਤੇ ਕੀ ਕਹਿੰਦੇ ਆ ਪ੍ਰੋਪਰਟੀ ਟੈਕਸ ਐਕਟ ਕਿਹੜਾ ਹੋ ਗਿਆ, ਯਾਨੀ ਕਿ ਸੰਪੱਤੀ ਕਰ ਅਧਿਨਿਯਮ ਦੀ ਧਾਰਾ 228 ਦੇ ਅਨੁਸਾਰ ਕਿੰਨੇ ਕੀਤੀ ਹੈ, ਸੈਂਟਰ ਗਵਰਨਮੈਂਟ ਨੇ, ਸਟੇਟ ਗਵਰਨਮੈਂਟ ਨੇ ਨਹੀਂ ਕੀਤੀ, ਕੇਂਦਰੀ ਸਰਕਾਰ ਦੁਆਰਾ ਕੀਤੀ ਗਈ ਹੈ। ਦੂਸਰਾ ਪੁਆਇੰਟ, ਇਹ ਭਾਰਤ ਵਿੱਚ ਵਿਵਾਦਾਂ ਦਾ ਨਿਪਟਾਰਾ ਕਰਨ ਲਈ ਇੱਕ ਵਿਧਾਨਿਕ ਸੰਸਥਾ ਹੈ। ਯਾਨੀ ਕਿ ਕੀ ਹੈ ਕਿ ਇਹਦਾ ਮੇਨ ਕੰਮ ਕੀ ਹੈਗਾ ਵੈ ਕਿ ਇਹਨੇ ਜਿਹੜੇ ਵੀ 2 ਲੋਕਾਂ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਕਿਹੜੇ 2 ਹੋ ਗਿਆ, ਇਨਕਮ ਟੈਕਸ ਡਿਪਾਰਟਮੈਂਟ ਤੇ ਅਸੈਸੀ ਦੇ ਵਿੱਚ ਅਗਰ ਕੋਈ ਵੀ ਪ੍ਰੋਬਲਮ ਆਉਂਦੀ ਹੈ, ਉਹ ਉਹਨਾਂ ਦਾ ਕੀ ਕਰੇਗੀ, ਸੋਲਿਊਸ਼ਨ ਕੱਢੇਗੀ, ਯਾਨੀ ਕਿ ਉਹਨਾਂ ਦਾ ਵਿਵਾਦਾਂ ਦੀ ਨਿਪਟਾਰਾ ਕਰੇਗੀ। ਇਹਦੇ ਕਿੰਨੇ 4 ਹੈੱਡ ਆਫਿਸ ਹੈਗੇ ਆ, ਮੇਨ 4 ਹੈੱਡ ਆਫਿਸ ਹੈਗੇ ਆ। ਕਿੱਥੇ ਹੈਗੇ ਆ, ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ। ਇਸ ਸੰਸਥਾ ਦੇ ਨਵੀਂ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਵਿੱਚ 4 ਬੈਂਚ ਯਾਨੀ ਕਿ ਮੁੱਖ ਦਫ਼ਤਰ ਹਨ। ਚੌਥਾ ਪੁਆਇੰਟ ਕੀ ਹੈ, ਇਹ ਭਾਰਤ ਵਿੱਚ ਆਮਦਨ ਕਰ ਅਤੇ ਸੰਪੱਤੀ ਕਰ ਸੰਬੰਧੀ ਆਮਦਨ ਕਰ ਵਿਭਾਗ ਅਤੇ ਅਸੈਸੀ ਵਿਚਕਾਰ ਪੈਦਾ ਹੋਏ ਵਿਵਾਦਾਂ ਦਾ ਸਮਾਧਾਨ ਜਾਂ ਨਿਪਟਾਰਾ ਕਰਦੀ ਹੈ। ਯਾਨੀ ਕਿ ਇਹ ਕੀ ਕਰਦੀ ਹੈ, ਅਸੈਸੀ ਅਗਰ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ ਕਿਹਦੇ ਰਿਲੇਟਡ ਪ੍ਰੋਬਲਮ ਆ ਜਾਏ, ਇਨਕਮ ਟੈਕਸ ਦੇ ਰਿਲੇਟਡ ਪ੍ਰੋਬਲਮ ਆ ਜਾਏ ਜਾਂ ਫਿਰ ਪ੍ਰੋਪਰਟੀ ਟੈਕਸ ਦੇ ਰਿਲੇਟਡ ਪ੍ਰੋਬਲਮ ਆ ਜਾਏ, ਉਹਨਾਂ ਦਾ ਕੀ ਕਰਦੀ ਹੈ, ਸੋਲਿਊਸ਼ਨ ਕੱਢਦੀ ਹੈ। ਪੰਜਵਾਂ ਪੁਆਇੰਟ, ਇਸ ਆਯੋਗ ਵਿੱਚ ਇੱਕ ਚੇਅਰਮੈਨ, ਇੱਕ ਵਾਈਸ ਚੇਅਰਮੈਨ ਅਤੇ ਹਰ ਇੱਕ ਬੈਂਚ ਵਿੱਚ 2 ਮੈਂਬਰ ਹੁੰਦੇ ਨੇ। ਯਾਨੀ ਕਿ ਕੀ ਹੈਗਾ ਵਾ, ਮੇਨ 4 ਮੈਂਬਰ ਹੁੰਦੇ ਆ। ਕਿਹੜੇ ਇੱਕ ਪਹਿਲਾ ਚੇਅਰਮੈਨ, ਦੂਸਰਾ ਵਾਈਸ ਚੇਅਰਮੈਨ ਤੇ ਬਾਕੀ 2
ਮੈਂਬਰਸ ਹੁੰਦੇ ਆ। ਠੀਕ ਹੈ, ਇਹ ਆਯੋਗ ਸਜ਼ਾ ਅਤੇ ਜੁਰਮਾਨੇ ਨੂੰ ਮਾਫ ਕਰਨ ਦਾ ਅਧਿਕਾਰ ਰੱਖਦਾ ਹੈ। ਹੁਣ ਜਿਹੜਾ ਸੈਟਲਮੈਂਟ ਕਮਿਸ਼ਨ ਹੈ ਨਾ ਬੇਟਾ, ਹੁੰਦਾ ਕੀ ਹੈ, ਸਾਨੂੰ 4 ਸਜ਼ਾ ਮਿਲਦੀਆਂ। ਠੀਕ ਹੈ, ਸਪੋਜ਼ ਕਰੋ ਮੈਂ ਜੋ ਹਾਂ, ਮੈਂ ਇੱਕ ਅਸੈਸੀ ਹਾਂ, ਮੈਂ ਟੈਕਸ ਪੇ ਨਹੀਂ ਕੀਤਾ। ਠੀਕ ਹੈ, ਸਭ ਤੋਂ ਪਹਿਲੇ ਕੀ ਲੱਗੇਗਾ, ਪਹਿਲੇ ਤਾਂ ਮੈਂ ਟੈਕਸ ਪੇ ਨਹੀਂ ਕੀਤਾ, ਮੈਨੂੰ ਟੈਕਸ ਪੇ ਕਰਨਾ ਪਏਗਾ। ਉਸ ਤੋਂ ਬਾਅਦ ਜਿਹੜਾ ਮੈਂ ਟੈਕਸ ਪੇ ਨਹੀਂ ਕੀਤਾ, ਜਿੰਨੀ ਦੇਰ ਵਾਸਤੇ ਮੈਂ ਟੈਕਸ ਪੇ ਨਹੀਂ ਕੀਤਾ, ਮੈਨੂੰ ਕੀ ਲੱਗੇਗਾ, ਉਹਦੇ ਉੱਪਰ ਵਿਆਜ ਲੱਗੇਗਾ। ਠੀਕ ਹੈ, ਵਿਆਜ ਤਾਂ ਜਿਹੜਾ ਲੱਗੇਗਾ। ਉਸ ਤੋਂ ਬਾਅਦ ਮੈਂ ਗਲਤੀ ਕੀਤੀ ਹੈ, ਮੈਨੂੰ ਕੀ ਲੱਗੇਗੀ, ਪੈਨਲਟੀ ਲੱਗੇਗੀ, ਯਾਨੀ ਕਿ ਸਜ਼ਾ ਮਿਲੇਗੀ, ਤੀਜੀ। ਅਤੇ ਚੌਥਾ, ਅਗਰ ਇਨ ਕੇਸ ਮੈਂ ਕੋਈ ਗਲਤ ਕੰਮ ਕੀਤਾ ਹੁੰਦਾ ਵਾ, ਠੀਕ ਹੈ, ਜਿਹੜਾ ਕਿ ਇਨਕਮ ਟੈਕਸ ਡਿਪਾਰਟਮੈਂਟ ਦੇ ਅਕੋਰਡਿੰਗ ਉਹ ਕੰਮ ਮੈਨੂੰ ਨਹੀਂ ਕਰਨਾ ਚਾਹੀਦਾ, ਮੈਨੂੰ ਉਹਦੀ ਸਜ਼ਾ ਵੀ ਹੋ ਸਕਦੀ ਹੈ, ਜੇਲ੍ਹ ਵੀ ਹੋ ਸਕਦੀ ਹੈ। ਯਾਨੀ ਕਿ ਸਾਨੂੰ ਕੀ 4 ਚੀਜ਼ਾਂ ਕਰਨੀਆਂ ਪੈਂਦੀਆਂ। ਪਹਿਲਾਂ ਸਾਨੂੰ ਤਾਂ ਟੈਕਸ ਤੇ ਜਿਹੜਾ ਆਪਾਂ ਚੁਰਾਇਆ ਹੋਇਆ ਉਹ ਸਾਨੂੰ ਭਰਨਾ ਹੀ ਪੈਣਾ, ਉਹਦੇ ਉੱਪਰ ਸਾਨੂੰ ਵਿਆਜ ਵੀ ਭਰਨੀ ਪੈਂਦੀ ਹੈ ਦੂਸਰੀ। ਤੀਸਰਾ, ਸਾਨੂੰ ਉਹਦੇ ਉੱਪਰ ਜੁਰਮਾਨਾ ਵੀ ਭਰਨਾ ਪੈਂਦਾ ਵੈ। ਅਤੇ ਚੌਥਾ, ਸਾਨੂੰ ਉਸਦੀ ਸਜ਼ਾ ਵੀ ਮਿਲ ਸਕਦੀ ਹੈ। ਠੀਕ ਹੈ, ਅਤੇ ਜਿਹੜਾ ਇਨਕਮ ਟੈਕਸ ਸੈਟਲਮੈਂਟ ਕਮਿਸ਼ਨ ਹੈ, ਸਿਰਫ 2 ਚੀਜ਼ਾਂ ਮਾਫ ਕਰ ਸਕਦਾ ਇਹਨਾਂ 4 ਚੀਜ਼ਾਂ ਵਿੱਚੋਂ। ਕਿਹੜੀਆਂ? ਇੱਕ ਤੇ ਪੈਨਲਟੀ ਅਤੇ ਦੂਸਰੀ ਸਜ਼ਾ। ਇੱਕ ਤੇ ਪੈਨਲਟੀ, ਦੂਸਰੀ ਸਜ਼ਾ। ਜਿਹੜੀਆਂ ਪਹਿਲੀਆਂ 2 ਚੀਜ਼ਾਂ ਹੈਗੀਆਂ ਵੈ, ਟੈਕਸ ਅਤੇ ਇੰਟਰਸਟ, ਇਹ ਸੈਟਲਮੈਂਟ ਕਮਿਸ਼ਨ ਨੂੰ ਮਾਫ ਕਰਨ ਦਾ ਹੱਕ ਬਿਲਕੁਲ ਵੀ ਨਹੀਂ ਹੈਗਾ। ਸਿਰਫ ਅਤੇ ਸਿਰਫ ਇਹ 2 ਚੀਜ਼ਾਂ ਮਾਫ ਕਰ ਸਕਦੀਆਂ। ਕਿਹੜੀਆਂ 2 ਚੀਜ਼ਾਂ ਮਾਫ ਕਰ ਸਕਦੀਆਂ ਵੈ? ਇੱਕ ਪੈਨਲਟੀ ਅਤੇ ਦੂਸਰੀ ਸਜ਼ਾ। ਠੀਕ ਹੈ ਜੀ। 7ਵਾਂ ਪੁਆਇੰਟ ਹੈ, ਇਸ ਦੁਆਰਾ ਦਿੱਤਾ ਗਿਆ ਫੈਸਲਾ ਪੂਰਾ ਅਤੇ ਅੰਤਿਮ ਹੁੰਦਾ ਵੈ। ਹੁਣ ਕੀ ਹੁੰਦਾ ਵੈ, ਸਪੋਜ਼ ਕਰੋ ਮੈਨੂੰ ਲੱਗਦਾ ਹੈ ਕਿ ਮੈਂ ਗਲਤੀ ਕੀਤੀ ਹੈ, ਮੈਂ ਕੀ ਕਰਦੀ ਹਾਂ, ਮੈਂ ਕੋਰਟ ਵਿੱਚ ਨਹੀਂ ਜਾਂਦੀ, ਮੈਂ ਸੈਟਲਮੈਂਟ ਕਮਿਸ਼ਨ ਕੋਲ ਚਲੀ ਜਾਂਦੀ ਹਾਂ। ਅਗਰ ਸੈਟਲਮੈਂਟ ਕਮਿਸ਼ਨ ਨੇ, ਇਸ ਬੈਂਚ ਨੇ ਅਗਰ ਕਹਿ ਤਾ ਕਿ ਨਹੀਂ ਜੀ ਤੁਸੀਂ ਗਲਤ ਹੈਗੇ ਹੋ, ਤੁਹਾਨੂੰ ਟੈਕਸ ਭਰਨਾ ਹੀ ਪੈਣਾ ਵੈ, ਮੈਂ ਫਿਰ ਇਹ ਨਹੀਂ ਕਹਿ ਸਕਦੀ ਨਹੀਂ ਜੀ ਮੈਂ ਕੋਰਟ ਕੋਲ ਚੱਲੀ ਹਾਂ। ਠੀਕ ਹੈ ਜੀ। ਹੁੰਦਾ ਕੀ ਹੈ, ਕੋਰਟ ਕੋ ਲੱਗਦਾ ਵਾ ਜ਼ਿਆਦਾ ਟਾਈਮ। ਸਾਡੇ ਕੋਲ 2 ਰਸਤੇ ਹੁੰਦੇ ਆ। ਠੀਕ ਹੈ, ਅਗਰ ਮੈਂ ਅਸੈਸੀ ਹਾਂ, ਅਗਰ ਮੈਨੂੰ ਲੱਗਦਾ ਹੈ ਕਿ ਇਨਕਮ ਟੈਕਸ ਡਿਪਾਰਟਮੈਂਟ ਮੇਰੇ ਨਾਲ ਗਲਤ ਕਰ ਰਿਹਾ, ਠੀਕ ਹੈ, ਮੈਂ ਕੀ ਕਰਦੀ ਹਾਂ, ਮੇਰੇ ਕੋਲ 2 ਰਸਤੇ ਹੋਣਗੇ, ਜਾਂ ਤਾਂ ਮੈਂ ਕੋਰਟ ਜਾਵਾਂਗੀ ਜਾਂ ਮੈਂ ਇਨਕਮ ਟੈਕਸ ਸੈਟਲਮੈਂਟ ਕਮਿਸ਼ਨ ਕੋਲ ਜਾਵਾਂਗੀ। ਠੀਕ ਹੈ, ਅਗਰ ਤਾਂ ਮੈਂ ਕੋਰਟ ਜਾਂਦੀ ਹਾਂ, ਬਹੁਤ ਲੰਬਾ ਰਸਤਾ ਹੁੰਦਾ ਵੈ। ਠੀਕ ਹੈ, ਉਹਦੇ ਵਾਸਤੇ ਕਿੰਨੇ ਸਾਲ ਲੱਗ ਜਾਂਦੇ ਆ, ਮੈਨੂੰ ਕਈ ਵਾਰ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ। ਠੀਕ ਹੈ ਜੀ, 4 ਸਾਲ 5 ਸਾਲ 10 ਸਾਲ ਲੱਗ ਜਾਂਦੇ ਆ। ਜਿਹੜਾ ਸੈਟਲਮੈਂਟ ਕਮਿਸ਼ਨ ਹੈ ਨਾ, ਇਹ ਵੱਧ ਤੋਂ ਵੱਧ 1.5 ਜਾਂ 2 ਸਾਲ ਦੇ ਵਿੱਚ ਕੇਸ ਖਤਮ ਕਰ ਦਿੰਦੇ ਆ। ਮੈਂ ਕੀ ਕਰਦੀ ਹਾਂ, ਮੈਂ ਕੋਰਟ ਨਹੀਂ ਜਾਂਦੀ, ਮੈਂ ਇਨਕਮ ਟੈਕਸ ਸੈਟਲਮੈਂਟ ਕਮਿਸ਼ਨ ਕੋਲ ਚਲੀ ਜਾਂਦੀ ਹਾਂ। ਠੀਕ ਹੈ ਜੀ। ਹੁਣ ਅਗਰ ਮੈਂ ਇਨਕਮ ਟੈਕਸ ਸੈਟਲਮੈਂਟ ਕਮਿਸ਼ਨ ਕੋਲ ਚਲੀ ਗਈ, ਠੀਕ ਹੈ, ਅਗਰ ਉਹਨਾਂ ਨੂੰ ਲੱਗਦਾ ਵੈ ਕਿ ਮੈਂ ਅਸੈਸੀ ਗਲਤ ਹੈ ਅਤੇ ਇਹਨੂੰ ਕੀ ਕਹਿੰਦੇ ਆ, ਟੈਕਸ ਭਰਨਾ ਹੀ ਪੈਣਾ ਵੈ, ਠੀਕ ਹੈ, ਅਤੇ ਫਿਰ ਮੈਂ ਇਹ ਨਹੀਂ ਕਹਿ ਸਕਦੀ ਕਿ ਨਹੀਂ ਜੀ ਨਹੀਂ ਤੁਹਾਡਾ ਗਲਤ ਹੈਗਾ ਵਾ ਡਿਸੀਜਨ, ਮੈਂ ਕੀ ਕਰ ਰਹੀ ਹਾਂ ਜੀ, ਮੈਂ ਤਾਂ ਹੁਣ ਕੋਰਟ ਜਾਵਾਂਗੀ। ਜੋ ਫੈਸਲਾ ਇੱਕ ਵਾਰ ਸੈਟਲਮੈਂਟ ਕਮਿਸ਼ਨ ਨੇ ਲੈ ਲਿਆ, ਉਸ ਤੋਂ ਬਾਅਦ ਉਸ ਫੈਸਲੇ ਨੂੰ ਆਪਾਂ ਨਹੀਂ ਬਦਲ ਸਕਦੇ, ਅਸੈਸੀ ਨਹੀਂ ਬਦਲ ਸਕਦਾ। ਜੋ ਇਨਕਮ ਟੈਕਸ ਸੈਟਲਮੈਂਟ ਕਮਿਸ਼ਨ ਨੇ ਫੈਸਲਾ ਲਿੱਤਾ ਵੈ, ਅਸੈਸੀ ਨੂੰ ਉਹ ਫੈਸਲਾ ਮੰਨਣਾ ਹੀ ਪੈਣਾ ਵੈ। ਯਾਨੀ ਕਿ ਉਸ ਦੁਆਰਾ ਦਿੱਤਾ ਗਿਆ ਫੈਸਲਾ ਪੂਰਾ ਅਤੇ ਅੰਤਿਮ ਹੋਏਗਾ। ਉਹ ਇਸ ਚੀਜ਼ ਨੂੰ ਡਿਨਾਈ ਨਹੀਂ ਕਰ ਸਕਦਾ, ਉਹ ਇਸ ਚੀਜ਼ ਨੂੰ ਮਨਾ ਬਿਲਕੁਲ ਨਹੀਂ ਕਰ ਸਕਦਾ, ਨਹੀਂ ਜੀ ਮੈਂ ਤੁਹਾਡਾ ਕਹਿਣਾ ਨਹੀਂ ਮੰਨਣਾ, ਮੈਂ ਤਾਂ ਚੱਲਾ ਜੀ ਹੁਣ ਕੋਰਟ ਵਿੱਚ। ਉਹਦੇ ਕੋਲ ਕੋਰਟ ਵਿੱਚ ਜਾਣ ਦਾ ਜਿਹੜਾ ਹੱਕ ਹੈਗਾ ਵੈ, ਉਹ ਬਿਲਕੁਲ ਹੀ ਖਤਮ ਹੋ ਜਾਂਦਾ। ਠੀਕ ਹੈ ਜੀ। ਇਹ ਆਯੋਗ ਇੱਕ ਵਾਰ ਕਰ ਮਾਫ ਕਰਕੇ ਜਾਂ ਅਚਨਚੇਤ ਗਲਤੀ ਕਰਨ ਵਾਲੇ ਅਸੈਸੀ ਮਾਫ ਕਰਕੇ ਉਸ ਨੂੰ ਸਾਫ਼ ਸੁਥਰੀ ਸਥਿਤੀ ਬਣਾਉਣ ਦਾ ਮੌਕਾ ਦਿੰਦਾ। ਹੁਣ ਇਹਦੇ ਵਿੱਚ ਕੀ ਹੁੰਦਾ ਹੈ ਕਿ ਕਈ ਲੋਕ ਕੀ ਕਰਦੇ ਆ, ਉਹਨਾਂ ਨੂੰ ਨਾ ਸਿੱਧਾ ਕਹਿ ਦਿੰਦਾ ਕਿ ਠੀਕ ਹੈ ਜੀ ਤੁਸੀਂ ਨਾ, ਆਪਾਂ ਤੁਹਾਨੂੰ ਇੱਕ ਮੌਕਾ ਦੇ ਰਹੇ ਹਾਂ, ਜਿਹੜੀ ਇਨਕਮ ਤੁਸੀਂ ਛੁਪਾਈ ਹੈ, ਠੀਕ ਹੈ, ਤੁਸੀਂ ਇੱਕੋ ਵਾਰ ਸਾਨੂੰ ਦੱਸ ਦਿਓ, ਅਸੀਂ ਕੁਛ ਨਹੀਂ ਕਹਾਂਗੇ, ਕੋਈ ਤੁਹਾਡੇ 'ਤੇ ਕੀ ਕਹਿੰਦੇ ਲੀਗਲ ਐਪਲੀਕੇਸ਼ਨ ਜਾਂ ਕੋਈ ਵੀ ਚੀਜ਼ ਨਹੀਂ ਕਰਾਂਗੇ। ਤੁਸੀਂ ਆਪ ਆਪਾਂ ਕਹਿੰਦੇ ਹਾਂ ਨਾ, ਇੱਕ ਬੰਦੇ ਨੇ ਗਲਤੀ ਕੀਤੀ ਹੁੰਦੀ ਆ, ਆਪਾਂ ਉਹਨੂੰ ਮੌਕਾ ਦਿੰਦੇ ਹਾਂ ਕਿ ਹਾਂ ਵੀ ਆਪਣੀ ਗਲਤੀ ਆਪਣੇ ਹਿਸਾਬ ਨਾਲ ਜੋ ਗਲਤੀਆਂ ਕੀਤੀਆਂ ਤੂੰ ਕਬੂਲ ਕਰ ਲਾ, ਆਪਾਂ ਤੈਨੂੰ ਕੁਛ ਨਹੀਂ ਕਹਾਂਗੇ। ਇਹ ਇੱਕ ਸੈਟਲਮੈਂਟ ਕਮਿਸ਼ਨ ਨੂੰ ਉਹ ਇੱਕ ਮੌਕਾ ਦਿੰਦੀ ਹੈ ਅਸੈਸੀ ਨੂੰ ਆਪਣੀ ਗਲਤੀਆਂ ਕਬੂਲ ਕਰਨ ਦਾ। ਇਸ ਦਾ ਲਾਭ ਇੱਕ ਅਸੈਸੀ ਸਾਰੀ ਉਮਰ ਵਿੱਚ ਇੱਕ ਵਾਰ ਹੀ ਪ੍ਰਾਪਤ ਕਰ ਸਕਦਾ ਵੈ। ਇਨਕਮ ਟੈਕਸ ਸੈਟਲਮੈਂਟ ਕਮਿਸ਼ਨ ਕੋਲ ਜਾਣ ਦਾ ਮੌਕਾ ਇੱਕ ਅਸੈਸੀ ਨੂੰ ਸਿਰਫ ਜ਼ਿੰਦਗੀ ਵਿੱਚ ਇੱਕ ਵਾਰ ਹੀ ਮਿਲਦਾ ਵੈ। ਇਹ ਨਹੀਂ ਹੈ ਕਿ ਜਿਵੇਂ ਇਸ ਸਾਲ ਮੈਂ ਸੈਟਲਮੈਂਟ ਕਮਿਸ਼ਨ ਕੋਲ ਗਿਆ, ਮੈਂ ਚੋਰੀ ਕੀਤੀ, ਠੀਕ ਹੈ, ਸੈਟਲਮੈਂਟ ਕਮਿਸ਼ਨ ਕਹਿੰਦਾ ਜੀ ਠੀਕ ਹੈ ਜੀ ਤੁਸੀਂ ਜੋ ਕੁਛ ਤੁਸੀਂ ਛੁਪਾ ਕੇ ਰੱਖਿਆ ਵਾ ਤੁਸੀਂ ਆਪਣੇ ਆਪ ਸਾਨੂੰ ਦੱਸ ਦਿਓ। ਅਗਲੇ ਸਾਲ ਆਪਾਂ ਫਿਰ ਟੈਕਸ ਦੀ ਚੋਰੀ ਕਰ ਲਈ, ਫਿਰ ਆਪਾਂ ਸੈਟਲਮੈਂਟ ਕਮਿਸ਼ਨ ਕੋਲ ਪਹੁੰਚ ਜਾਵਾਂਗੇ। ਇਹ ਮੌਕਾ ਸਾਨੂੰ ਸਿਰਫ ਇੱਕ ਵਾਰ ਹੀ ਮਿਲਣਾ ਵੈ। ਠੀਕ ਹੈ ਜੀ। ਪੂਰੀ ਲਾਈਫ ਵਿੱਚ ਆਪਾਂ ਇੱਕ ਵਾਰ ਆਪਣੀ ਗਲਤੀ ਕਬੂਲ ਕਰ ਸਕਦੇ ਹਾਂ, ਹਰ ਵਾਰ ਆਪਾਂ ਆਪਣੀ ਗਲਤੀ ਕਬੂਲ ਨਹੀਂ ਕਰ ਸਕਦੇ। ਦੂਜੀ ਵਾਰ ਗਲਤੀ ਕਰਾਂਗੇ ਤਾਂ ਸਾਨੂੰ ਸਜ਼ਾ ਮਿਲੇਗੀ ਹੀ ਮਿਲੇਗੀ। ਠੀਕ ਹੈ ਜੀ। ਐਸੇ ਸਾਡੇ ਫੀਚਰਸ। ਆਪਾਂ ਕੀ ਕੀਤਾ ਅੱਜ ਆਪਾਂ ਕੀਤਾ ਇੱਕ ਇੰਟਰੋਡਕਸ਼ਨ, ਇੱਕ ਆਪਾਂ ਕੀਤੀ ਹੈ ਮੀਨਿੰਗ, ਅਤੇ ਇੱਕ ਆਪਾਂ ਕੀਤੇ ਹੈ ਫੀਚਰਸ। ਠੀਕ ਹੈ। ਥੈਂਕ ਯੂ ਬੇਟਾ।